Please subscribe our channel and press the bell icon ताकि कोई भी नवी अपडेट तुझे बिल्कुल भी मिस ना करो। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਖਾਸ ਮੁਲਾਕਾਤ ਵਿੱਚ ਤੁਹਾਡਾ ਸਭਨਾਂ ਦਾ ਸਵਾਗਤ। ਆਓ ਐਡਵਾਂਸਡ ਜੀਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ ਦੇ ਨਾਲ ਅੱਜ ਦੀ ਇਸ ਮੁਲਾਕਾਤ ਨੂੰ ਹੋਰ ਖਾਸ ਬਣਾਈਏ। ਅੱਜ ਦੀ ਮੁਲਾਕਾਤ ਦੇ ਵਿੱਚ ਉਹਨਾਂ ਤੋਂ ਕੁਝ ਉਹ ਗੱਲਾਂ ਪੁੱਛਾਂਗੇ ਜਿਹੜੀਆਂ ਸਾਨੂੰ ਬੜੀਆਂ ਲਾਜ਼ਮੀ ਰਹਿੰਦੀਆਂ ਨੇ ਜਾਣਨੀਆਂ। ਆਮ ਤੌਰ ਤੇ ਅਸੀਂ ਕੀ ਕਰਦੇ ਹਾਂ ਕਿ ਨੀਮ ਹਕੀਮ ਖਾਤਰ ਆਏ ਜਾਣ ਅਸੀਂ ਕਈ ਵਾਰੀ ਉਹਨਾਂ ਲੋਕਾਂ ਤੋਂ ਸਲਾਹਾਂ ਲੈਣ ਲੱਗ ਪੈਂਦੇ ਹਾਂ ਜਾਂ ਸਾਨੂੰ ਬਗੈਰ ਪੁੱਛੇ ਉਹ ਲੋਕ ਸਲਾਹਾਂ ਦੇਣ ਲੱਗ ਪੈਂਦੇ ਆ ਜਿਨ੍ਹਾਂ ਦਾ ਸਿਹਤ ਦੇ ਨਾਲ ਇਸ ਖੇਤਰ ਦੇ ਨਾਲ ਦੂਰ ਦੂਰ ਤੱਕ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਇਸ ਕਰਕੇ ਕਈ ਵਾਰੀ ਅਸੀਂ ਉਹਨਾਂ ਦੇ ਦੱਸੇ ਨੁਸਖੇ ਅਜ਼ਮਾਉਣ ਲੱਗ ਪੈਂਦੇ ਹਾਂ। ਅਸੀਂ ਪਹਿਲਾਂ ਨਾਲੋਂ ਵੀ ਖਰਾਬ ਸਥਿਤੀ ਵਿੱਚ ਚਲੇ ਜਾਂਦੇ ਹਾਂ। ਸੋ ਅੱਜ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਪੁਖਤਾ ਸਲਾਹਾਂ ਤੁਹਾਡੇ ਸੁਪੁਰਦ ਕੀਤੀਆਂ ਜਾਣ, ਤੁਹਾਡੀ ਰੂਬਰੂ ਕੀਤੀਆਂ ਜਾਣ ਤਾਂ ਕਿ ਅਸੀਂ ਕਿਸੇ ਕੱਚ ਘਰੜ ਵਿਅਕਤੀ ਦੀ ਸਲਾਹ ਨੂੰ ਮੰਨ ਕੇ ਕਿਤੇ ਆਪਣੀ ਜਾਨ ਨੂੰ ਖਤਰੇ ਵਿੱਚ ਨਾ ਪਾ ਬੈਠੀਏ। ਆਓ ਡਾਕਟਰ ਨਿਸ਼ਾ ਡੋਗਰਾ ਦਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਸਿਹਤ ਨਾਲ ਸੰਬੰਧਿਤ ਉਹਨਾਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਡਾਕਟਰ ਸਾਹਿਬਾ ਜੀ ਆਨ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਬੈਨੀਪਾਲ ਜੀ ਔਰ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਸੋ ਡਾਕਟਰ ਸਾਹਿਬਾ ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ, ਬਹੁਤ ਸਾਰੇ ਲੋਕ ਨੇ ਉਹਨਾਂ ਦੇ ਜੋੜਾਂ ਦੇ ਵਿੱਚ ਅਕਸਰ ਦਰਦ ਹੁੰਦਾ ਰਹਿੰਦਾ, ਇਹ ਤਾਂ ਆਪਾਂ ਗੱਲ ਕਰਨੀ ਹੈ ਜੀ। ਪਰ ਕਈ ਵਾਰੀ ਮੈਂ ਦੇਖਿਆ ਲੋਕ ਤੁਰਦੇ ਨੇ, ਤੁਰਦਿਆਂ ਤੇ ਜੋੜਾਂ ਦੇ ਪਟਾਕੇ ਪੈਂਦੇ ਰਹਿੰਦੇ ਨੇ, ਇਹ ਕੋਈ ਬਿਮਾਰੀ ਹੈ ਜਾਂ ਨਹੀਂ ਜੀ? ਹਾਂਜੀ, ਮੈਂ ਦੱਸਾਂਗੀ ਕਿ ਔਰ ਬਹੁਤ ਸਾਰੇ ਪਤਾ ਮੈਨੂੰ ਫੋਨ ਵੀ ਆਉਂਦੇ, ਮੈਨੂੰ ਕੜਕ ਕੜਕ ਹੁੰਦਾ ਕਿ ਮੈਨੂੰ ਆਰਥਰਾਈਟਿਸ ਤਾਂ ਨਹੀਂ ਹੋ ਗਿਆ। ਕਈ ਵਾਰੀ ਅਸੀਂ ਨਾ ਕਈ ਬੈਠੇ ਵਜਾਈ ਜਾਂਦੇ ਨੇ, ਪਟਾਕੇ ਵਜਾਈ ਜਾਂਦੇ, ਇਹ ਦਾਤ ਹੁੰਦੀ ਹੈ ਇਦਾਂ ਦਾ ਕਰਨੇ ਦੀ। ਪਰ ਮੈਂ ਤੁਹਾਨੂੰ ਇਹ ਵੀ ਦੱਸਾਂ ਕਿ ਇਹ ਜਿਹੜੀ ਪ੍ਰੋਬਲਮ ਹੈ ਕੜਕ ਕੜਕ ਕਰਨੇ ਦੀ, ਇਹ ਆਰਥਰਾਈਟਿਸ ਨਾਲ ਕੋਈ ਰਿਲੇਟਡ ਨਹੀਂ ਹੈ। ਪਰ ਲੋਕ ਡਰਾਉਂਦੇ ਬਹੁਤ ਆ ਵੀ ਪਟਾਕੇ ਪਾਤੇ, ਦੇਖੋ ਆ ਦੇ ਤੇਰੇ ਹੱਥੇ ਛੋਟੇ ਹੁੰਦੇ ਅਸੀਂ ਕਰਦੇ ਰਹਿੰਦੇ ਸੀ ਇਦਾਂ ਕਰਕੇ ਨਾ, ਤੇ ਉਹ ਚੰਗਾ ਵੀ ਲੱਗਦਾ ਸੀ ਇਦਾਂ ਦਾ ਕਰਕੇ। ਤੇ ਇੱਕ ਇਹਦੀ ਬੜੀ ਮਜ਼ਾਕੀ ਇੱਕ ਗੱਲ ਵੀ ਦੱਸੀ ਕਿ ਇੱਕ ਡਾਕਟਰ ਸੀ, ਉਹਨਾਂ ਦਾ ਵੈਸੇ ਤੇ ਉਹ ਜੁਆਇੰਟ ਦੇ ਚੈੱਕਅਪ ਕਰਦੇ ਸੀ ਲੇਕਿਨ ਆਪੇ ਉਹ ਹਮੇਸ਼ਾ ਕੜਕ ਕੜਕ ਕਰਦੇ, ਜਿਸ ਲਈ ਮਤਲਬ ਕੋਈ ਗੱਲ ਕਰਨੀ ਹੈ ਜਾਂ ਕਿਸੇ ਨਾਲ ਕਰਨਾ ਤੇ ਆਪੇ ਇਦਾਂ ਦਾ ਕਰਦੇ ਸੀ ਕਿ ਇਹਨੂੰ ਆਦਤ ਹੀ ਹੁੰਦੀ ਹੈ। ਤੇ ਉਹ ਕਹਿੰਦੇ ਸੀ ਕਿ ਮੈਂ ਸੱਜੇ ਹੱਥ ਨਾਲ ਹੀ ਖੱਬੇ ਹੱਥ ਨਾਲ ਸਾਰੀ ਜ਼ਿਆਦਾ ਕੜਕ ਕੜਕ ਕਰਨਾ ਤੇ ਖੱਬਾ ਨਹੀਂ ਕਦੇ ਯੂਜ਼ ਕਰਦਾ ਕਿ ਇਹਨੂੰ ਉਹਦੇ ਨਾਲ ਰਿਲੇਟ ਹੋ ਜਾਂਦਾ ਨਾ। ਪਰ ਉਹ ਕਹਿੰਦੇ ਵੀ ਮੈਨੂੰ ਪਿਛਲੇ ਮੈਂ 25 ਸਾਲ ਦੀ ਪ੍ਰੈਕਟਿਸ ਹੈ, ਪਰ ਮੈਂ ਹਰ ਵਾਰੀ ਮੈਂ ਜਿਸਲੇ ਬੈਠੇ ਉਹਨਾਂ ਦਾ ਬਸ ਕੜਕ ਕੜਕ ਕਰਦੇ ਰਹਿਣਾ। ਸੋ ਇਹ ਮੈਂ ਕਹਿੰਦੀ ਇਹ ਕੋਈ ਉਹਦੇ ਨਾਲ ਬਿਮਾਰੀ ਆਰਥਰਾਈਟਿਸ ਕੋਈ ਰਿਲੇਟਡ ਨਹੀਂ ਹੈ ਔਰ ਉਹਨਾਂ ਨੂੰ ਤਾਂ ਨੋਬਲ ਪ੍ਰਾਈਜ਼ ਵੀ ਮਿਲਿਆ ਸੀ। ਹਾਂਜੀ, ਤੇ ਲੇਕਿਨ ਇਹ ਗੱਲ ਹੈ ਜ਼ਰੂਰੀ ਵੀ ਹੈ ਕਿ ਕੜਕ ਕੜਕ ਕਿਉਂ ਹੁੰਦੇ ਨੇ, ਹੈ ਨਾ, ਕੰਸਰਨ ਫੈਕਟਰ ਤੇ ਹੈ ਕਿਉਂਕਿ ਕਈ ਵਾਰੀ ਅਸੀਂ ਮੈਂ ਕਿ ਜਿਵੇਂ ਤੁਰਦੇ ਆ, ਬੈਠਦੇ ਆ, ਪੌੜੀਆਂ ਚੜ੍ਹਦੇ ਆ, ਕੜਕ ਕੜਕ ਹੋ ਜਾਂਦੇ। ਹਾਂਜੀ, ਔਰ ਮੈਂ ਦੱਸਾਂ ਕਿ ਇਹ ਕੀ ਹੁੰਦਾ ਕਿ ਜੇ ਸਾਡੀ ਬੋਡੀ 'ਚ ਕਈ ਵਾਰੀ ਗੈਸਿਸ ਜ਼ਿਆਦਾ ਬਣਦੀਆਂ ਨੇ, ਜਿਵੇਂ ਖਾਣੇ ਪੀਣੇ ਦੀ ਅਸੀਂ ਗੱਲ ਕਰਦੇ ਰਹਿੰਦੇ ਹਾਂ ਕਿ ਜੋ ਵੀ ਅਸੀਂ ਖਾਂਦੇ ਪਏ ਹਾਂ ਗੈਸਿਸ ਵੀ ਬਣਦੀਆਂ ਨੇ, ਵਾਸ਼ਰੂਮ ਵੀ ਜਾਂਦੇ ਆ, ਟਾਇਲਟ ਵੀ ਹੁੰਦੀ ਹੈ, ਕੁਦਰਤੀ ਫੈਕਟਰ ਨੇ ਹੁੰਦਾ ਹੀ ਹੈ। ਤੇ ਕਈ ਵਾਰੀ ਗੈਸਿਸ ਜਿਹੜੀਆਂ ਸਾਡੀਆਂ ਰਿਲੀਜ਼ ਨਹੀਂ ਹੁੰਦੀਆਂ, ਬਣ ਜਾਂਦੀਆਂ ਨੇ ਕਿਤੋਂ ਰਿਲੀਜ਼ ਨਹੀਂ ਹੁੰਦੀਆਂ, ਤੇ ਉਹ ਕੀ ਹੁੰਦਾ ਕਿ ਸਾਡੇ ਬਲੱਡ ਵਿੱਚ ਜਾਂ ਅੰਦਰ ਜਾ ਕੇ ਜੁਆਇੰਟਸ ਜਿਹੜੇ ਈਜ਼ੀ ਨੇ, ਜਿਹੜੇ ਕਿ ਸਟੋਰਡ ਮਟੀਰੀਅਲ ਜਿੱਥੇ ਜ਼ਿਆਦਾ ਜਾਂਦਾ ਸਾਡੇ ਜੁਆਇੰਟਸ ਵਿੱਚ, ਹੈ ਨਾ, ਉੱਥੇ ਜਾ ਕੇ ਤੇ ਉਹ ਜਿਹੜੀ ਸਾਡੇ ਜੁਆਇੰਟਸ ਵਿੱਚ ਜਿਹੜੇ ਛੋਟੇ ਛੋਟੇ ਗੈਪਸ ਹੁੰਦੇ ਨਾ, ਤੇ ਉਹਨਾਂ ਦੇ ਅੰਦਰ ਜਾਂ ਕੈਵਿਟੀਜ਼ ਕਹੋਗੇ ਗੈਪਸ ਹੁੰਦੇ, ਉੱਥੇ ਜਾ ਕੇ ਉਹ ਗੈਸਿਸ ਜਿਹੜੀਆਂ ਅੰਦਰ ਚਲੇ ਜਾਂਦੀਆਂ ਨੇ। ਤੇ ਜਿਸ ਲਈ ਉਹ ਇੱਕ ਦੇ ਵਿੱਚ ਜਿਹੜਾ ਥੋੜਾ ਜਿਹਾ ਗੈਪ ਜਿਹੜਾ ਸੀਨਾ ਕਰੇ ਤੇ ਉਹ ਰਿਲੀਜ਼ ਹੁੰਦੇ ਨੇ ਬਬਲਸ ਟਾਈਪ। ਤੇ ਉਹ ਨਾਈਟ੍ਰੋਜਨ ਗੈਸ ਵੀ ਹੁੰਦੀ ਹੈ, ਕਾਰਬਨ ਡਾਈਆਕਸਾਈਡ ਗੈਸ ਵੀ ਹੁੰਦੀ ਹੈ, ਕਈ ਵਾਰ ਵਿੱਚ ਆਕਸੀਜਨ, ਮਿਕਸਚਰ ਆਫ ਗੈਸਿਸ। ਤੇ ਉਹ ਜਿਹੜੀ ਐਜ਼ ਅ ਜਦੋਂ ਤੁਰਦੇ ਆ ਇਹਦਾ ਮਤਲਬ ਉਹ ਪਟਾਕੇ ਉਹਦੇ ਵੱਜਦੇ ਆ ਫਿਰ। ਹਾਂਜੀ ਹਾਂਜੀ, ਉਹਦੇ ਹੁੰਦੇ ਕਿ ਗੈਸ ਜਿਸ ਰਿਲੀਜ਼ ਹੁੰਦੀ ਹੈ ਉਸ ਵਿੱਚੋਂ ਸਿਨੋਵੀਅਲ ਫਲੂਇਡ ਵਗੈਰਾ ਜਿਹੜਾ ਹੁੰਦਾ, ਮਿਕਸਚਰ ਫਲੂਇਡ ਹੁੰਦਾ, ਉਹਦੇ ਵਿੱਚੋਂ ਨਿਕਲ ਕੇ ਤੇ ਉਹ ਰਿਲੀਜ਼ ਹੋ ਜਾਂਦੀ ਹੈ। ਜਿੱਦਾਂ ਅਸੀਂ ਸਾਨੂੰ ਡਕਾਰ ਆਉਂਦਾ ਹੈ, ਗੈਸ ਹੁੰਦੀ, ਸਾਨੂੰ ਡਕਾਰ ਆਉਂਦਾ, ਬਰਪਿੰਗ ਹੁੰਦੀ ਹੈ ਨਾ, ਤੇ ਦੈਟਸ ਅ ਰਿਲੀਜ਼ਿੰਗ ਫੈਕਟਰ। ਤੇ ਜਾਂ ਫੌਟ ਆਉਂਦੇ ਨੇ ਵੀ ਰਿਲੀਜ਼ਿੰਗ ਫੈਕਟਰ ਹੈ, ਤੇ ਉਹਦੇ ਵਿੱਚੋਂ ਵੀ ਕੜਕ ਕੜਕ ਵੀ ਹੁੰਦਾ ਹੈ। ਤੇ ਵਾਚ ਕੀ ਇਹ ਤੁਹਾਨੂੰ ਆਰਥਰਾਈਟਿਸ ਨਹੀਂ ਹੈ, ਵਾਚ ਇਹ ਕਰਨਾ ਕਿ ਤੁਹਾਨੂੰ ਇਹ ਗੈਸਿਸ ਵਗੈਰਾ ਜ਼ਿਆਦਾ ਬਣਦੀਆਂ ਨੇ ਵਿਚ ਆਰ ਓਵਰਲੋਡਡ, ਤੇ ਉਹਦਾ ਤੁਸੀਂ ਧਿਆਨ ਰੱਖਣਾ। ਇਹਦੇ ਤੋਂ ਫਿਰ ਖਿਆਲ ਬੰਦਾ ਕਿਵੇਂ ਰੱਖੇ? ਉਹ ਪਟਾਕੇ ਕਈ ਵਾਰੀ ਤਾਂ ਕਹਿੰਦੇ ਨੇ ਜੀ ਸਾਡੇ ਤਾਂ ਮੇਰੀ ਮੰਮੀ ਨੂੰ ਵੀ ਵੱਜਦੇ ਸੀ, ਮੈਨੂੰ ਵੀ ਵੱਜਦੇ ਆ, ਜਾਂ ਮੇਰੇ ਡੈਡੀ ਦੇ ਵੱਜਦੇ ਸੀ, ਮੈਨੂੰ ਵੀ ਵੱਜਦੇ ਆ। ਇਹ ਜੈਨੇਟਿਕਲੀ ਹੁੰਦਾ ਜੀ? ਨਹੀਂ, ਜੈਨੇਟਿਕਲੀ, ਹਾਂ, ਜੈਨੇਟਿਕਲੀ ਇਸ ਦੇ ਕਾਰਨ ਨਹੀਂ ਹੈ, ਤੇ ਇੱਕ ਕਿਸਮ ਦੀ ਆਦਤ ਵੀ ਹੁੰਦੀ ਹੈ ਕਈਆਂ ਨੂੰ, ਪਰ ਕਈਆਂ ਨੂੰ। ਆਹ ਨਹੀਂ ਮੈਂ ਪਟਾਕਿਆਂ ਦੀ ਗੱਲ ਕਰਦਾ, ਤੁਰਦੇ ਵਕਤ
ਤੁਰਦੇ ਵਕਤ ਬਣਦੇ ਆ। ਹਾਂ, ਇਹਦੇ ਵਿੱਚ ਹੁੰਦਾ ਕਿ ਤੁਸੀਂ ਆਪਣੀ ਜਿਹੜੀ ਮੈਂ ਕਹਿੰਦੀ ਹਾਂ ਕਿ ਜੈਨੇਟਿਕਲੀ ਹੁੰਦਾ ਕਿ ਜਿਹੜੇ ਵੀ ਸਾਡੇ ਬੋਨ ਸਟਰਕਚਰ ਹੈ ਜਾਂ ਸਾਡੇ ਹਾਰਟ ਨੇ ਜਾਂ ਤੁਸੀਂ ਕੋਈ ਵੀ ਹੈ ਸਾਡੀ ਜੋ ਸਾਡੇ ਪੇਰੈਂਟਸ ਦਾ ਉਹ ਤਾਂ ਸਾਨੂੰ ਮਿਲਿਆ ਹੀ ਹੋਇਆ ਹੈ ਨਾ, ਐਕਸਟਰਨਲੀ ਵੀ ਤੇ ਇੰਟਰਨਲੀ ਵੀ ਸਾਡੀਆਂ ਆਦਤਾਂ ਵੀ ਸਾਰੀਆਂ ਜੈਨੇਟਿਕਲੀ ਹੁੰਦੀਆਂ ਨੇ। ਲੇਕਿਨ ਇਹ ਜਿਹੜੀ ਚੀਜ਼ ਮੈਂ ਕਹਿੰਦੀ ਪਈ ਆ ਇਹ ਹੁੰਦਾ ਕਿ ਖਾਣੇ ਦੇ ਉੱਤੇ ਜ਼ਿਆਦਾ ਡਿਪੈਂਡੇਬਲ ਹੁੰਦੀ ਹੈ। ਗੈਸਿਸ ਨੂੰ ਜ਼ਿਆਦਾ ਅਸੀਂ ਦੇਖਣਾ ਰਿਲੀਜ਼ ਹੋ ਜਾਣ ਤਾਂ ਠੀਕ ਹੈ, ਬਟ ਮੇਨ ਹੈ ਕਿ ਅਸੀਂ ਇਹ ਖਾਣੇ ਪੀਣੇ ਦੇ ਧਿਆਨ ਮਰੀਏ ਕਿ ਉਹੋ ਜਿਹੇ ਖਾਣੇ ਨਾ ਖਾਈਏ। ਲੇਕਿਨ ਇਹ ਵੀ ਹੈ ਕਿ ਜੇ ਸਾਡੀ ਬੋਡੀ 'ਚ ਰਿਲੀਜ਼ ਨਹੀਂ ਹੋਣ ਲੱਗੇ ਰਹਿਣ ਅੰਦਰ ਪਏ ਰਹਿਣ ਉਹਦੇ ਨਾਲ ਵੀ ਅੰਦਰ ਆਸਤਾ ਆਸਤਾ ਇਨਫਲੇਮੇਸ਼ਨ ਹੋ ਜਾਂਦੀ ਹੈ, ਫਿਰ ਉਹਦੇ ਨਾਲ ਜੁਆਇੰਟਸ ਜਾਂ ਹੋਰ ਬਾਅਦ 'ਚ ਰਿਸਕ ਹੋ ਸਕਦੇ ਨੇ। ਲੇਕਿਨ ਇਹ ਇਨੀਸ਼ੀਅਲ ਸਟੇਜਿਸ ਨੇ। ਪਰ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਚਲਦੇ ਫਿਰਦੇ ਖੜਕ ਹੋ ਜਾਂਦਾ ਹੈ ਜਿਸ ਸਟੈਪ ਅਸੀਂ ਕਰਨੇ ਆ, ਤੇ ਅਗਰ ਉਹਦੇ ਨਾਲ ਤੁਹਾਨੂੰ ਥੋੜੀ ਜਿਹੀ ਸੈਂਡੀ ਫੀਲਿੰਗ ਆਉਂਦੀ ਹੈ, ਸੈਂਡੀ ਫੀਲਿੰਗ ਆਉਂਦੀ ਹੈ, ਥੋੜੀ ਜਿਹੀ ਰੇਤਲੀ ਵਰਗੀ ਫੀਲਿੰਗ ਆਉਂਦੀ ਹੈ ਇੱਕ ਜੋੜ ਦੇ ਦੂਜੇ ਨਾਲ, ਹਾਂਜੀ ਜੋੜ ਦੇ ਵਿੱਚ, ਤੇ ਉਹ ਹੈ ਕਿ ਉਹ ਇਨੀਸ਼ੀਅਲ ਫੈਕਟਰ ਹੁੰਦੇ ਨੇ ਕਿ ਸਾਨੂੰ ਜੋੜ ਜਿਹੜੇ ਸਾਡੇ ਮਤਲਬ ਥੋੜੇ ਜਿਹੇ ਗੈਪ ਵੱਧਦਾ ਪਿਆ ਉਹਨਾਂ ਦੇ ਅੰਦਰ ਜਿਹੜੀ ਸੈਂਡੀ ਜਿਹੀ ਫੀਲਿੰਗ ਹੈ, ਕਿਉਂਕਿ ਸਿਨੋਵਿਲ ਫਲੂਇਡ ਬਿਲਕੁਲ ਟਾਈਟ ਹੁੰਦਾ ਅੰਦਰ ਕੁਸ਼ਨ ਹੁੰਦਾ ਹੈ। ਲੇਕਿਨ ਜੇ ਉਹਨਾਂ ਵਿੱਚ ਰਿਲੀਜ਼ ਜ਼ਿਆਦਾ ਹੁੰਦਾ ਬਾਰ-ਬਾਰ ਹੁੰਦਾ ਤਾਂ ਇੱਕ ਜੁਆਇੰਟ ਦਾ ਦੂਜੇ ਤੇ ਲੋਡ ਪੈਂਦਾ ਪਿਆ, ਫਿਰ ਆਸਤਾ ਆਸਤਾ ਇਨਫਲੇਮੇਸ਼ਨ ਹੋ ਜਾਂਦੀ ਹੈ ਤੇ ਬਾਅਦ ਵਿੱਚ ਫਿਰ ਆਰਥਰਾਈਟਿਸ ਜਾਂ ਹੋਰ ਬਿਮਾਰੀਆਂ ਹੋ ਸਕਦੀਆਂ ਨੇ। ਅੱਛਾ, ਇਹਦਾ ਕੋਈ ਪੱਕਾ ਹੱਲ ਸਿਰਫ ਇਹੋ ਹੀ ਹੈ ਜੇ ਜੋੜਾਂ ਦੇ ਪਟਾਕੇ ਖਤਮ ਕਰਨੇ ਨੇ ਕਿ ਜਿਹੜੀ ਅਸੀਂ ਖੁਰਾਕ ਖਾ ਰਹੇ ਹਾਂ ਆਪਣੇ ਖਾਣੇ ਪੀਣ ਦੀਆਂ ਆਦਤਾਂ ਦੇ ਵਿੱਚ ਸੁਧਾਰ ਜ਼ਰੂਰ ਕਰਨਾ ਹੈ। ਜਿਸ ਤਰ੍ਹਾਂ ਮੈਂ ਕਿਹਾ ਪਹਿਲੇ ਤੁਹਾਡੇ ਡਕਾਰ ਆਉਂਦੇ ਔਰ ਅਰਲੀ ਸਟੇਜਿਸ ਹੁੰਦੀਆਂ ਨੇ, ਲੇਕਿਨ ਜਿਸ ਵੇਲੇ ਤੁਹਾਡੇ ਉਹੀ ਗੈਸਿਸ ਵਗੈਰਾ ਬਲੱਡ 'ਚ ਚਲੇ ਜਾਂਦੀਆਂ ਜਾਂ ਫਿਰ ਜੁਆਇੰਟਸ ਆਉਂਦੀਆਂ, ਕਿਉਂਕਿ ਜੇ ਕੀਪ ਔਨ ਇਹੋ ਹੀ ਪ੍ਰੋਸੈਸ ਚੱਲਿਆ ਰਿਹਾ ਖਾਣੇ ਦਾ ਉਹੀ ਪ੍ਰੋਸੈਸ ਰਿਪੀਟਡਲੀ ਸਾਨੂੰ ਆਦਤ ਬਣ ਜਾਂਦੀ ਹੈ 4 ਸਾਲ 5 ਸਾਲ 10 ਸਾਲ ਉਹੀ ਚੱਲਦਾ ਹੈ, ਤੇ ਨੈਚੁਰਲੀ ਫਿਰ ਉਹ ਜੁਆਇੰਟਸ ਜਿਹੜੇ ਲਾਸਟ ਫੈਕਟਰ ਹੁੰਦਾ ਜਿੱਥੇ ਅੰਦਰ ਜਾ ਕੇ ਤੁਹਾਨੂੰ ਇਹ ਪ੍ਰੋਬਲਮਸ ਆਉਂਦੀਆਂ ਨੇ। ਪਰ ਇਹ ਵੀ ਹੈ ਕਿ ਅਗਰ ਅਸੀਂ ਆਪਣਾ ਖਾਣਾ ਪੀਣਾ ਸੁਧਾਰੀਏ ਤੇ ਜਾਂ ਫਿਰ ਉਹ ਦੇਖੀਏ ਕਿ ਕਿਹੜੀਆਂ ਚੀਜ਼ਾਂ ਮੇਰੇ ਅੰਦਰ ਗੈਸ ਬਣਦੀ ਹੈ ਜਾਂ ਮੇਰੇ ਪੇਟ ਦੀਆਂ ਤਕਲੀਫਾਂ ਬਣਦੀਆਂ ਨੇ, ਤੇ ਉਹਦੇ ਨਾਲ ਵੀ ਕਾਫੀ ਫਰਕ ਪੈ ਸਕਦਾ ਹੈ ਜਾਂ ਕਿ ਹੋਰ ਡੈਮੇਜ ਨਾ ਹੋਏ ਉਸ ਕਰਕੇ। ਅੱਛਾ, ਇੱਕ ਹੋਰ ਦੱਸਿਓ, ਕਈ ਵਾਰੀ ਇੰਡੀਆ ਕਿਸੇ ਨੂੰ ਵੀ ਫੋਨ ਕਰਦੇ ਆ ਵੀ ਮੈਨੂੰ ਤਾਂ ਸਰਵਾਈਕਲ ਹੈ। ਹਾਂਜੀ, ਇੱਥੇ ਮੈਂ ਲੋਕਾਂ ਤੋਂ ਬਹੁਤ ਘੱਟ ਸੁਣਦਾ ਸਰਵਾਈਕਲ। ਹਾਂਜੀ ਹਾਂਜੀ, ਇੰਡੀਆ ਪੰਜਾਬ 'ਚ ਜਿਹਨੂੰ ਮਰਜ਼ੀ ਫੋਨ ਕਰ ਲਈਏ ਮੇਰੀ ਤਾਂ ਗਰਦਨ ਦੁਖਦੀ ਹੈ, ਮੇਰੇ ਤਾਂ ਗੋਡੇ ਦੁਖਦੇ ਨੇ, ਮੇਰੇ ਤਾਂ ਗਿੱਟੇ ਦੁਖਦੇ ਨੇ, ਮੇਰੇ ਤਾਂ ਬੈਕ ਪੇਨ ਹੈ। ਹਾਂਜੀ, ਅਸਲ ਦੇ ਵਿੱਚ ਇਹ ਲਗਾਤਾਰ ਇੰਨਾ ਵੱਧ ਕਿਉਂ ਰਿਹਾ, ਜੋੜਾਂ ਦੇ ਵਿੱਚ ਪੇਨ ਇੰਨੀ ਕਿਉਂ ਵੱਧ ਰਹੀ ਹੈ ਜੀ? ਬਿਲਕੁਲ ਜੀ, ਗੱਲ ਫਿਰ ਖਾਣੇ ਤੇ ਆ ਜਾਂਦੀ ਹੈ। ਮੇਨ ਹੈ ਕਿ ਜਿਸਲੇ ਅਸੀਂ ਸਾਡੀ ਬੋਡੀ 'ਚ ਜਿਸਲੇ ਐਸਿਡ ਦਾ ਕੰਟੈਂਟ ਜ਼ਿਆਦਾ ਹੋ ਜਾਂਦਾ ਹੈ, ਜਿਸਲੇ ਸਾਡੀ ਬੋਡੀ ਐਸਿਡਿਕ ਹੋ ਜਾਂਦੀ ਹੈ। ਪਰ ਐਸਿਡਿਕ ਦਾ ਅਸੀਂ ਇਹ ਨਹੀਂ ਹੈ ਕਿ ਕਈ ਕਹਿੰਦੇ ਨਾ ਹਾਰਡ ਬਰਨ ਹੁੰਦਾ ਹੈ ਜਾਂ ਸਾਨੂੰ ਪਤਾ ਲੱਗਦਾ ਜੀ ਤੇਜ਼ਾਬ ਜਿਹਾ ਬਣਦਾ ਹੈ ਨਾ, ਇੱਕ ਤੇ ਉਹ ਅਰਲੀ ਸਟੇਜ ਹੁੰਦੀ ਜਿਹੜੀ ਫੂਡ ਦੇ ਨਾਲ ਰਿਲੇਟਿਡ ਹੈ। ਲੇਕਿਨ ਆਹਿਸਤਾ ਆਹਿਸਤਾ ਜਿਹੜੇ ਸਾਡੇ ਬਲੱਡ ਵਿੱਚ ਚਲੇ ਜਾਂਦੇ ਨੇ, ਬਲੱਡ ਵੀ ਸਾਡਾ ਐਸਿਡਿਕ ਹੋਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਨਾਰਮਲ ਲੈਵਲ ਜਿਹੜਾ ਸਾਡਾ 7 ਤੇ 7.4 ਦੇ ਵਿੱਚ ਹੁੰਦਾ ਜਿਹੜਾ ਉਹਨੂੰ ਕਹਿੰਦੇ ਪੀਐਚ ਲੈਵਲ ਜੀ। ਤੇ ਉਹ ਜਿਹੜੇ ਕਿ ਸਾਡੀ ਬੋਡੀ 'ਚ ਸਲਾਈਟਲੀ ਅਲਕਲਾਈਨ ਹੋਣਾ ਚਾਹੀਦੀ, ਬਲੱਡ ਵੀ ਸਲਾਈਟਲੀ ਅਲਕਲਾਈਨ ਹੋਣਾ ਚਾਹੀਦਾ। ਲੇਕਿਨ ਉਹਦੇ ਵਿੱਚ ਜਾ ਕੇ ਜਿਹੜੇ ਗੈਸਿਸ ਵਗੈਰਾ ਸਾਰੀਆਂ ਜਾਂਦੀਆਂ ਨੇ ਜਾਂ ਐਸਿਡ ਕੰਟੈਂਟ ਜਾਂ ਕੁਛ ਜਾਂਦੇ ਨੇ, ਉਹਦੇ ਨਾਲ ਸਾਡੀ ਬੋਡੀ ਜਿਹੜੀ ਹੈ ਆਹਿਸਤਾ ਆਹਿਸਤਾ ਐਸਿਡਿਕ ਹੋ ਜਾਂਦੀ ਹੈ। ਤੇ ਉਹ ਜਿਹੜੀ ਸਲਾਈਟਲੀ ਐਸਿਡਿਕ ਹੋ ਜਾਂਦੀ ਹੈ ਤੇ ਤੁਹਾਨੂੰ ਪਤਾ ਹੈ ਹੱਡੀਆਂ ਜੋੜ ਤੇ ਉਹਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਤੇ ਉੱਥੇ ਡਿਪੋਜ਼ਿਟ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਿਸਲੇ ਤੇਜ਼ਾਬ ਵਰਗੀ ਚੀਜ਼ਾਂ ਜਿਹੜੀਆਂ ਸਾਡੀ ਹੱਡੀਆਂ 'ਚ ਹੁੰਦੀਆਂ, ਜਿਹੜੀ ਬਹੁਤ ਹੀ ਸੌਫਟ ਹੁੰਦੀਆਂ ਨੇ, ਉਹਦੇ ਨਾਲ ਇੱਕ ਤੇ ਸਾਡਾ ਸਿਨੋਵਿਲ ਫਲੂਇਡ ਘਟ ਜਾਂਦਾ ਜਿਹੜਾ ਕਿ ਕੁਸ਼ਨ ਦੇ ਨਾਲ ਹੈਲਪ ਕਰਦਾ ਹੈ। ਤੇ ਆਹਿਸਤਾ ਆਹਿਸਤਾ ਰਗੜ ਕੇ ਫਿਰ ਜਿਹੜੀਆਂ ਅੰਦਰ ਜਿਹੜੀ ਸਾਡੀਆਂ ਹੱਡੀਆਂ ਜਿਹੜੀਆਂ ਨੇ ਉਹ ਕਮਜ਼ੋਰ ਹੁੰਦੀਆਂ ਨੇ। ਇੱਕ ਬਹੁਤ ਇੰਪੋਰਟੈਂਟ ਗੱਲ ਹੈ ਬੈਨੀਪਾਲ ਜੀ ਕਿ ਮੈਂ ਬਹੁਤ ਕਹਿੰਦੀ ਕਿ ਜਿਹੜੇ ਅਸੀਂ ਰਾਤ ਨੂੰ ਸੌਂਦੇ ਹਾਂ ਤੇ ਵਾਹਿਗੁਰੂ ਸਾਡੇ ਨਾਲ ਕੀ ਇੰਨਾ ਸਾਡੀ ਬੋਡੀ ਨੂੰ ਰਿਪੇਅਰ ਕਰਦੇ ਨਾ, ਹੀਲਿੰਗ ਕਰਦੇ ਨੇ। ਰਾਤ ਨੂੰ ਜਿੰਨੇ ਵਜੇ ਥੱਕੇ ਦੇ ਹੋ, ਜਿੰਨਾ ਮਰਜ਼ੀ ਐਸਿਡ ਬਣਦਾ ਜਾਂ ਕੁਛ ਹੋਏ, ਤੁਸੀਂ ਰਾਤ ਨੂੰ ਸੌਂਦੇ ਹੋ ਤੇ ਬੋਡੀ ਕੀ ਕਰਦੀ ਹੈ, ਉਹਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰਦੀ ਹੈ ਨਾ, ਕਿ ਵੀਰ ਐਂਡ ਟੀਅਰ ਜਿਹੜੀ ਹੈ ਸਾਡੀ ਠੀਕ ਕਰਦੀ ਹੈ। ਤੇ ਰਾਤ ਨੂੰ ਕੀ ਹੁੰਦਾ ਕਿ ਆਹਿਸਤਾ ਆਹਿਸਤਾ ਕੈਲਸ਼ੀਅਮ ਜਿਹੜਾ ਹੈ ਹੱਡੀਆਂ 'ਚੋਂ ਨਿਕਲ ਕੇ, ਕਿਉਂਕਿ ਦੇਖਣਾ ਕਿ ਕਿੱਥੇ ਚੀਜ਼ ਪਈ ਹੈ ਕਿ ਮੈਂ ਇਹਨੂੰ ਠੀਕ ਕਰਨਾ ਨਾ, ਜਿਹੜਾ ਫਰੰਟ ਸਾਈਡ ਤੇ ਉਹਨੂੰ ਰਿਪੇਅਰ ਕਰਨਾ, ਤੇ ਹੱਡੀਆਂ ਵਿੱਚੋਂ ਆਹਿਸਤਾ ਆਹਿਸਤਾ ਨਿਕਲ ਕੇ ਆਪਣੇ ਆਪ ਜਿਹੜਾ ਉਹ ਕੈਲਸ਼ੀਅਮ ਜਿਹੜਾ ਉਹਨੂੰ ਨਿਊਟਰਲਾਈਜ਼ ਕਰਦੇ ਆ। ਤੇ ਸਵੇਰੇ ਅਸੀਂ ਉੱਠਨੇ ਤਾਂ ਸਾਨੂੰ ਲੱਗਦਾ ਬਿਲਕੁਲ ਠੀਕ ਹੈ, ਤਰੋਤਾਜ਼ਾ। ਪ੍ਰੋਬਲਮ ਜੇ ਹੁੰਦੀ ਹੈ ਕਿ ਇਹ 1 ਜਾਂ 2 ਵਾਰੀ ਹੋਏ ਤਾਂ ਚਲੋ ਠੀਕ ਹੈ, ਲੇਕਿਨ ਸਾਡੀ ਇੱਕ ਹਿਊਮਨ ਨੇਚਰ ਐਸੀ ਹੈ ਕਿ ਰਾਤ ਨੂੰ ਜੇ ਅਸੀਂ ਕੁਝ ਖਾ ਕੇ ਸੁੱਤੇ ਹਾਂ ਜਾਂ ਸਮੋਸੇ ਖਾ ਲਏ ਜਾਂ ਕੋਈ ਉਹੋ ਜਿਹੀ ਚੀਜ਼ ਖਾ ਲਈ, ਪੀਜ਼ਾ ਖਾ ਲਿਆ, ਤੁੰਨ ਕੇ ਤਸੱਲੀ ਕਰਾ ਕੇ ਹਾਂਜੀ ਫਿਰ ਨੇੜੇ ਬੈੱਡ ਹੁੰਦਾ, ਨਾਲ ਕੰਬਲ ਜਾਂ ਰਜਾਈ ਲਈ ਤੇ ਨਾਲ ਹੀ ਘਰਾੜੇ ਸ਼ੁਰੂ, ਕਹਿੰਦੇ ਵੀ ਰਾਤ ਦਾ ਬਈ ਸਵਾਦ ਆ ਗਿਆ, ਰੱਜ ਕੇ ਪਏ, ਭੁੱਖੇ ਪੱਖੇ ਨਹੀਂ ਅਸੀਂ ਸੌਂਦੇ ਰਾਤ ਨੂੰ। ਨਹੀਂ। ਔਰ ਇਹ ਚੀਜ਼ਾਂ ਐਸੀਆਂ ਨੇ ਜੇ ਤੁਸੀਂ ਖਾ ਕੇ ਤੁਸੀਂ ਬੈਠੇ ਰਹੋਗੇ ਤਾਂ ਨੈਚੁਰਲੀ ਔਰ ਟੀਵੀ ਅੱਗੇ ਬੈਠੇ ਉੱਥੇ ਬੈਠੇ ਸੋ ਜਾਣੇ ਅਸੀਂ, ਹੈ ਨਾ, ਕਈ ਵਾਰੀ ਲੇਟ ਨਾਈਟ, ਤੇ ਜਾਂ ਫਿਰ ਸੋਸ਼ਲ ਮੀਡੀਆ 'ਚ ਰਹਿੰਦੇ ਕਾਫੀ, ਤੇ ਉਹ ਖਾਣਾ ਦਾ ਜਾਂ ਉਹਨੂੰ ਪਚਾਣੇ ਦੀ ਧਿਆਨ ਸਾਡਾ ਘੱਟ ਹੁੰਦਾ ਤੇ ਬਾਕੀ ਚੀਜ਼ਾਂ ਜ਼ਿਆਦਾ ਹੁੰਦਾ। ਪਰ ਇਹਦਾ ਨੁਕਸਾਨ ਇਹ ਹੈ ਕਿ 1-2 ਵਾਰੀ ਜਿਸ ਤਰ੍ਹਾਂ ਮੈਂ ਕਿਹਾ ਠੀਕ ਹੈ, ਲੇਕਿਨ ਰੂਟੀਨ ਜਿਹੜੀ ਸਾਡੀ ਆਦਤ ਹੀ ਬਣ ਜਾਂਦੀ ਹੈ,
ਫਿਰ ਕੈਲਸ਼ੀਅਮ ਹਰ ਵਾਰੀ ਨਿਕਲੇਗਾ ਹੈ ਨਾ, ਤੇ ਉਹ ਲੀਕਿੰਗ ਹੁੰਦੀ ਰਹਿੰਦੀ ਹੈ ਤੇ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ। ਪਰ ਮੈਂ ਇਹ ਵੀ ਦੱਸਾਂਗੀ ਅੱਜ ਦੀ ਡੇਟ 'ਚ ਇੰਨਾ ਜ਼ਿਆਦਾ ਇਹ ਆਸਟੀਓਪੋਰੋਸਿਸ ਜਿਹੜਾ ਇੰਨਾ ਜ਼ਿਆਦਾ ਹੋ ਗਿਆ ਹੈ, ਜਾਂ ਜੁਆਇੰਟ ਪੇਨਸ ਜਿਹੜੀਆਂ, ਇਨਫਲੇਮੇਸ਼ਨ, ਰਿਊਮੇਟਾਇਡ ਆਰਥਰਾਈਟਸ, ਇਹ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹਰ ਘਰ ਦੀ ਹੋ ਗਈ ਹੈ। ਇਹ ਚਾਹੇ ਯੰਗ ਹੈ, ਈਵਨ ਬੱਚਿਆਂ ਨੂੰ ਵੀ ਤਕਲੀਫਾਂ ਸ਼ੁਰੂ ਹੋ ਗਈਆਂ ਨੇ, ਤੇ ਹਰ ਘਰ ਵਿੱਚ ਇਹ ਬਿਮਾਰੀਆਂ ਸ਼ੁਰੂ ਹੋ ਗਈਆਂ ਨੇ। ਤੇ ਇਹ ਇੱਕ ਲੜੀ ਤੋਂ ਸ਼ੁਰੂ ਹੁੰਦੀ ਹੈ ਤੇ ਦੂਜੀ ਐਂਡ ਤੇ ਖਤਮ ਹੁੰਦੀ ਹੈ। ਪਰ ਅਸੀਂ ਦੂਜੇ ਕਹਾਂਗੇ ਕਿ ਜਿਹੜੇ ਕੈਲਸ਼ੀਅਮ ਦੀਆਂ ਗੋਲੀਆਂ ਜ਼ਿਆਦਾ ਨਾ ਖਾਈਏ, ਇਹਦੇ ਬਹੁਤ ਨੁਕਸਾਨ ਹੁੰਦੇ ਨੇ। ਪਰ ਅਸੀਂ ਤਾਂ ਆਮ ਤੌਰ ਤੇ ਦੇਖਦੇ ਹਾਂ ਵੀ ਕਹਿੰਦੇ ਕੋਈ ਗੱਲ ਨਹੀਂ, ਵਿਟਾਮਿਨ ਹੀ ਹੈ, ਵਿਟਾਮਿਨ ਸੀ ਹੈ ਜੀ, ਆ ਡੀ ਹੈ ਜੀ, ਆ ਬੀ ਹੈ ਜੀ, ਜੇ ਵਾਧੂ ਵੀ ਲੈ ਲਾਂਗੇ ਵਿਟਾਮਿਨ ਦਾ ਕਿਹੜਾ ਕੋਈ ਨੁਕਸਾਨ ਹੈ? ਸੱਚੀ ਨੁਕਸਾਨ ਹੁੰਦਾ ਜੀ ਫਿਰ? ਬਿਲਕੁਲ ਬੈਨੀਪਾਲ ਜੀ, ਮੈਂ ਉਹੀ ਕਹਿੰਦੀ ਹਾਂ, ਇੱਕ ਵਾਰੀ ਤਾਂ ਹੀ ਮੈਂ ਰੇਡੀਓ 'ਚ ਜਾਂ ਟੀਵੀ 'ਚ ਮੈਂ ਇੰਨੀ ਜ਼ਿਆਦਾ ਨਹੀਂ ਦੱਸਦੀ ਕਿ ਤੁਸੀਂ ਇਹ ਵਿਟਾਮਿਨ ਖਾਓ ਜਾਂ ਇਹ ਖਾਓ। ਮੈਂ ਸਿਰਫ ਕਹਿੰਦੀ ਹਾਂ ਕਿ ਤੁਸੀਂ ਖਾਣਾ ਆਪਣਾ ਚੇਂਜ ਕਰੋ, ਜਾਂ ਫਰੂਟ ਤੇ ਸਬਜ਼ੀਆਂ ਖਾਓ। ਕਿਉਂਕਿ ਇੱਕ ਵਾਰੀ ਅਗਰ ਪਤਾ ਲੱਗ ਜਾਏ ਨਾ ਆਪਣੇ ਲੋਕਾਂ ਨੂੰ ਭਈ ਇਹ ਖਾ ਕੇ ਤੁਸੀਂ ਤੰਦਰੁਸਤ ਹੋ ਸਕਦੇ ਹੋ ਸਕੇ ਸਹਿਸਵਾਜ ਜੇ ਕਹਿੰਦੇ ਕਿ ਥੋੜੇ ਖਾਓ, ਅਸੀਂ ਕੀ ਕਰਨੇ ਕਿ ਕਿਤੇ ਸਟੋਰ 'ਚ ਲੈ ਕੇ ਨਾ ਵੱਡੇ ਡੱਬੇ ਭਰ ਕੇ ਅਸੀਂ ਸਰਾਣੇ ਰੱਖਦੇ ਜਿਸ ਤਾਂ ਵੀ ਹੋਰ ਚਾਹੇ ਖੁੰਝ ਜੀਏ ਕਿਸੇ ਚੀਜ਼ ਤੋਂ, ਵਿਟਾਮਿਨ ਨਹੀਂ ਖੁੰਝਣਾ ਚਾਹੀਦਾ, ਜ਼ਰੂਰ ਖਾਣੇ ਨੇ। ਤੇ ਕੈਲਸ਼ੀਅਮ ਤੇ ਮੈਂ ਤੁਸੀਂ ਦੇਖਿਓ ਬਣੇ ਹਰ ਘਰ ਵਿੱਚ ਕੈਲਸ਼ੀਅਮ ਪਿਆ ਹੁੰਦਾ ਹੈ। ਪਰ ਹੁਣ ਜਿਹੜੀ ਨਵੀਂ ਰਿਸਰਚ ਹੋਈ ਹੈ, ਵੀ ਤੁਹਾਨੂੰ ਪਤਾ ਮੈਂ ਤੇ ਹਮੇਸ਼ਾ ਮੇਰਾ ਕੰਮ ਹੀ ਰਿਸਰਚ ਦਾ ਹੈ ਨਾ, ਤੇ ਮੈਂ ਰਿਸਰਚ ਬੇਸ ਤੇ ਜਿਹੜੀ ਗੱਲ ਕਰਨੀ ਆ, ਜਿਹੜੀ ਬਿਲਕੁਲ ਆਥੈਂਟਿਕ ਪੇਪਰ ਬੇਸ ਪਬਲੀਕੇਸ਼ਨ ਬੇਸ 'ਚ, ਤੇ ਹੁਣ ਜਿਹੜੀ ਰਿਸਰਚ ਸਟੱਡੀ ਹੋਈ ਹੈ ਉਹਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੀਆਂ ਸਾਡੀਆਂ ਹਾਰਟ ਦੀਆਂ ਨਾੜੀਆਂ ਬਲੌਕ ਹੁੰਦੀ ਪਈਆਂ ਨੇ, ਉਹ ਕੋਲੇਸਟ੍ਰੋਲ ਨਾਲ ਘੱਟ ਹੁੰਦੀ ਹੈ। ਪਹਿਲਾਂ ਕਹਿੰਦੇ ਕੋਲੇਸਟ੍ਰੋਲ ਨਾੜੀਆਂ ਬਲੌਕ ਹੋਈਆਂ, ਉਹ ਹੁਣ ਕਹਿੰਦੇ ਕੋਲੇਸਟ੍ਰੋਲ ਨਾਲ ਘੱਟ ਹੁੰਦੀਆਂ ਨੇ, ਕੈਲਸ਼ੀਅਮ ਨਾਲ ਜ਼ਿਆਦਾ ਹੁੰਦੀ ਪਈਆਂ ਨੇ। ਕਿਉਂਕਿ ਅਸੀਂ ਇੰਨਾ ਕੈਲਸ਼ੀਅਮ ਖਾ ਲੈਂਦੇ ਹਾਂ, ਡਾਈਜੈਸ਼ਨ ਸਾਡੀ ਠੀਕ ਨਹੀਂ ਹੁੰਦੀ, ਉਹ ਸਾਡਾ ਡਿਸਟਰਬ ਹੋਇਆ ਆਲਰੇਡੀ, ਤੇ ਅਸੀਂ ਕੈਲਸ਼ੀਅਮ ਖਾ ਕੇ ਉਹ ਜਮਾ ਹੁੰਦਾ। ਕਿਉਂਕਿ ਕੈਲਸ਼ੀਅਮ ਦੀ ਇੱਕ ਨੇਚਰ ਐਸੀ ਹੈ, ਉਹ ਜਿਸ ਤਰ੍ਹਾਂ ਗਾਚਨੀ ਵਰਗੀ ਨਹੀਂ ਹੁੰਦੀ, ਉਹ ਪੇਸਟ ਵਜਾ ਜਮਾ ਹੋ ਜਾਂਦਾ ਹੈ। ਕੁਝ ਤਾਂ ਸਾਡੇ ਪੇਟ 'ਚ ਜਮਾ ਹੋ ਜਾਂਦਾ ਹੈ, ਤੇ ਅਗਰ ਜਾਏਗਾ ਤੇ ਬਲੱਡ ਵਿੱਚ ਜਮਾ ਹੋ ਜਾਂਦਾ ਹੈ। ਜਿਹੜੀ ਅੰਤੜੀਆਂ ਸਾਡੀ ਅੰਤੜੀਆਂ 'ਚ ਜਮਾ ਹੁੰਦਾ, ਬਾਅਦ ਵਿੱਚ ਬਲੱਡ ਵੈਸਲ ਜਿਹੜਾ ਉੱਥੇ ਜਮਾ ਹੁੰਦਾ ਰਹਿੰਦਾ, ਹੱਡੀਆਂ ਤੱਕ ਨਹੀਂ ਪਹੁੰਚਦਾ। ਕਿਉਂਕਿ ਤੁਸੀਂ ਖਾਲੀ ਕੈਲਸ਼ੀਅਮ ਹੱਡੀਆਂ ਨੂੰ ਮਜ਼ਬੂਤੀ ਨਹੀਂ ਦਿੰਦਾ, ਉਹਦੇ 'ਚ ਪੂਰਾ ਫਾਰਮੂਲਾ ਹੁੰਦਾ ਕਿ ਬੋਨ ਜਿਹੜੀਆਂ ਨੇ ਇਹ ਵੀ ਸਾਡੀਆਂ ਖਰਾਬ ਵੀ ਹੁੰਦੀਆਂ ਨੇ ਤੇ ਨਵੀਆਂ ਵੀ ਹੁੰਦੀਆਂ ਨੇ। ਤੇ ਉਹ ਜਿਹੜੀ ਰੀਜਨਰੇਟ ਕਹਿੰਦੇ, ਰੀਜਨਰੇਸ਼ਨ ਫਾਰਮੂਲਾ ਜਿਹੜਾ ਹੁੰਦਾ ਕਿ ਹਰ ਵਾਰ ਸਾਡੀ ਜੁਆਇੰਟਸ ਜਾਂ ਬੋਨਸ ਜਿਹੜੀਆਂ ਨੇ, ਇਹਨੂੰ ਕਹਿੰਦੇ ਆਸਟੀਓਬਲਾਸਟ ਕਹਿੰਦੇ। ਆਸਟੀਓਬਲਾਸਟ ਤਾਂ ਹੁੰਦਾ ਕਿ ਨਵੇਂ ਸੈੱਲ ਬਣਨੇ, ਤੇ ਆਸਟੀਓਕਲਾਸਟ ਹੁੰਦਾ ਉਹਦਾ ਆਪੋਜ਼ਿਟ ਕਿ ਜਿਹੜੇ ਬਾਡੀ ਦੇ ਪੁਰਾਣੇ ਸੈੱਲ ਉਹਨਾਂ ਨੂੰ ਖਤਮ ਕਰਨਾ। ਸੋ ਆਸਟੀਓਬਲਾਸਟ ਵੀ ਚਾਹੀਦਾ, ਆਸਟੀਓਕਲਾਸਟ ਵੀ ਚਾਹੀਦਾ, ਦੋਵੇਂ ਚੀਜ਼ਾਂ ਦੀ ਲੋੜ ਹੈ। ਹਾਂ, ਕਿ ਪੁਰਾਣੇ ਸੈੱਲ ਖਤਮ ਕਰਕੇ ਉਹਨੂੰ ਰੀਸਾਈਕਲ ਕਰਨਾ ਬਾਡੀ 'ਚੋਂ, ਤੇ ਜਿਹੜੇ ਦੂਜੇ ਨਵੇਂ ਸੈੱਲ ਜਿਹੜੇ ਜਗ੍ਹਾ ਮਿਲੇਗੀ ਤੇ ਨਵੇਂ ਸੈੱਲ ਬਣਨਗੇ। ਸੋ ਦੋਨੋਂ ਇੱਕ ਕੰਮ ਕਰਦੇ ਨੇ। ਪਰ ਜਿਸ ਲਈ ਸਾਡੀ ਅਸੀਂ ਇਦਾਂ ਹੀ, ਇਹ ਨੇਚਰ ਹੈ, ਕੁਦਰਤੀ ਹੈ ਕਿ ਇਹ ਬਣਨਾ ਹੈ, ਰੀਜਨਰੇਸ਼ਨ ਇਜ਼ ਇੰਪੋਰਟੈਂਟ। ਲੇਕਿਨ ਅਸੀਂ ਜਿਹੜੇ ਇਸ ਤਰ੍ਹਾਂ ਕੈਲਸ਼ੀਅਮ ਖਾਂਦੇ ਰਹਿੰਦੇ ਹਾਂ, ਉਧਰੋਂ ਅਸੀਂ ਬਲੱਡ ਵੈਸਲ ਬਲੌਕ ਕਰ ਦਿੰਦੇ ਹਾਂ। ਕਿਉਂਕਿ ਫੈਕਟਰ ਜਿਹੜੇ ਹੁੰਦੇ ਨੇ ਵਿੱਚ ਵਿਟਾਮਿਨ ਕੇ ਨੇ, ਜਾਂ ਬੋਰਾਨ ਹੈ, ਸਿਲੀਕਾਨ ਹੈ, ਜਾਂ ਹੋਰ ਵੀ ਜਿੰਨੇ ਫੈਕਟਰਸ ਨੇ, ਉਹ ਸਾਰੇ ਕੰਮ ਕਰਦੇ ਨੇ ਕਿ ਅੰਦਰ ਜਾ ਕੇ ਸਾਡੇ ਮਜ਼ਬੂਤੀ ਦੇਣੀ ਹੈ। ਪਲੱਸ ਜਿਹੜੀ ਸਾਡੇ ਬੋਨਸ ਦੀ ਰੀਜਨਰੇਸ਼ਨ ਜਿਹੜੀ ਹੈ ਉਹਦੇ ਤੇ ਜ਼ੋਰ ਦਈਏ ਕਿ ਸਾਡੇ ਜਿਹੜਾ ਆਸਟੀਓਬਲਾਸਟ ਤੇ ਆਸਟੀਓਕਲਾਸਟ ਜਿਹੜਾ ਦੋਨੋਂ ਜਿਹੜੇ ਬੈਲੈਂਸ ਅਮਾਉਂਟ ਵਿੱਚ ਦੋਨੋਂ ਵਰਕ ਕਰਨ। ਕਈ ਵਾਰੀ ਜੈਨੇਟਿਕਲੀ ਕਈਆਂ ਵਿੱਚ ਆਸਟੀਓਕਲਾਸਟ ਘਟਦੇ ਨੇ, ਬਣਦੇ ਨਹੀਂ ਪੂਰੇ, ਤੇ ਉਹ ਕੀ ਹੁੰਦਾ ਕਿ ਬੋਨਸ ਜਿਹੜੀਆਂ ਨੇ ਉਹ ਰੀਜਨਰੇਟ ਨਹੀਂ ਹੁੰਦੀਆਂ, ਪੁਰਾਣੀਆਂ ਖਤਮ ਨਹੀਂ ਹੁੰਦੀਆਂ, ਤੇ ਉਹ ਕੀ ਹੁੰਦੀ ਹੈ ਕਿ ਹੱਡੀਆਂ ਤੁਹਾਨੂੰ ਪਤਾ ਸਖਤ ਹੋ ਜਾਂਦੀਆਂ ਬਹੁਤ ਜ਼ਿਆਦਾ। ਕਈਆਂ ਦੀ ਸਟਿਫਨੈਸ ਜਿਹੜੀ ਹੁੰਦੀ, ਜਾਂ ਬੈਲੈਂਸ ਜਾਂ ਜਿਹੜੀ ਹੁੰਦੀ ਨਹੀਂ, ਦੌੜਨਾ ਚੱਲਣਾ, ਜਾਂ ਫਿਰ ਫਲੈਕਸੀਬਿਲਿਟੀ ਚਾਹੀਦੀ ਹੈ ਸਾਡੀ ਬੋਡੀ ਨੂੰ। ਅਸੀਂ ਕੀ ਚੀਜ਼ ਚੁੱਕਣੀ ਹੁੰਦੀ ਹੈ, ਕੋਈ ਡੱਬਾ ਚੁੱਕਣਾ ਹੈ, ਜਾਂ ਥੱਲੋਂ ਕੋਈ ਚੀਜ਼ ਚੁੱਕਣੀ ਹੈ, ਜਾਂ ਕੋਈ ਬਕਸੇ ਕਰਨੇ ਨੇ, ਜਾਂ ਕਾਰ ਵਿੱਚੋਂ ਸਮਾਨ ਲੋਡ ਅਨਲੋਡ ਕਰਨਾ ਹੈ, ਜਾਂ ਚੌਕੜੀ ਲਗਾ ਕੇ ਬੈਠਣਾ, ਤੇ ਇਹਨੂੰ ਕਹਿੰਦੇ ਨੇ ਫਲੈਕਸੀਬਿਲਿਟੀ ਸਾਡੀ ਬੋਡੀ ਚਾਹੀਦੀ ਹੁੰਦੀ ਹੈ। ਲੇਕਿਨ ਜਿਹੜੀ ਜਿਨ੍ਹਾਂ ਦੀ ਜੈਨੇਟਿਕਲੀ ਆਸਟੀਓਕਲਾਸਟ ਘਟਦੇ ਨੇ, ਉਹਨਾਂ 'ਚ ਸਟਿਫਨੈਸ ਬਣ ਜਾਂਦੀ ਹੈ, ਉਹ ਬੈਂਡ ਨਹੀਂ ਹੋ ਸਕਦੇ, ਉਹਨਾਂ ਨੂੰ ਤਕਲੀਫ ਹੋ ਜਾਂਦੀ ਹੈ, ਔਰ ਹੱਡੀਆਂ ਜਿਹੜੀਆਂ ਸਟਿਫ ਹੋ ਜਾਂਦੀਆਂ, ਅਕੜ ਜਾਂਦੀਆਂ ਨੇ, ਉਹ ਸਾਫਟ ਨਹੀਂ ਹੁੰਦੀਆਂ। ਸੋ ਮੇਨ ਇਹ ਹੈ ਕਿ ਅਸੀਂ ਕੋਸ਼ਿਸ਼ ਕਰੀਏ ਕਿ ਕੁਦਰਤ ਦੇ ਵਿੱਚ ਆਪਣਾ ਉਹ ਨਾ ਕਰੀਏ, ਉਹਨੂੰ ਆਪਣਾ ਕੰਮ ਕਰ ਦਈਏ। ਔਰ ਮੇਨ ਰੂਟ ਕਾਜ਼ ਜਿਹੜਾ ਹੱਡੀਆਂ ਦਾ, ਕਿ ਹੱਡੀਆਂ ਮੇਰੀਆਂ ਕਮਜ਼ੋਰ ਹੁੰਦੀ ਪਈਆਂ ਨੇ, ਜਾਂ ਹੱਡੀਆਂ ਆਸਟੀਓਪੋਰੋਸਿਸ ਹੈ, ਜਾਂ ਜੁਆਇੰਟ ਪੇਨਸ ਹੁੰਦੀਆਂ ਪਈਆਂ ਨੇ, ਇਹਦੇ ਪਿੱਛੇ ਜਿਹੜੀ ਜੜ ਹੈ, ਰੂਟ ਕਾਜ਼ ਹੈ, ਉਹਨੂੰ ਫੜੀਏ। ਕਿ ਉਹਦਾ ਅਸੀਂ ਜਿਸ ਤਰ੍ਹਾਂ ਮੈਂ ਟੈਸਟ ਕਰਨ ਦੀ ਗੱਲ ਕੀਤੀ, ਕਿ ਟੈਸਟ ਜ਼ਰੂਰ ਕਰਾਓ। ਇੱਦਾਂ ਵਿਟਾਮਿਨ ਸਪਲੀਮੈਂਟ ਬਿਲਕੁਲ ਨਾ ਖਾਓ, ਟੈਸਟ ਕਰਾ ਕੇ ਇਹ ਦੇਖੋ ਕਿ ਮੇਰੀ ਬੋਡੀ 'ਚ ਕਿਸ ਚੀਜ਼ ਦੀ ਘਾਟ ਹੈ, ਜਿੰਨੀ ਘਾਟ ਹੈ ਉਨੀ ਵੀ ਖਾਓ, ਕਿਉਂਕਿ ਐਕਸੈਸ ਆਫ ਐਵਰੀਥਿੰਗ ਇਜ਼ ਬੈਡ।
ਅਗਰ ਤੋਂ ਸ਼ੂਗਰ ਥੋੜੀ ਜਿਹੀ ਜ਼ਿਆਦਾ ਹੋ ਜਾਏ ਤੇ ਸਾਨੂੰ ਨੁਕਸਾਨ ਕਰਦੀ ਹੈ, ਸਾਲਟ ਥੋੜਾ ਜਿਹਾ ਜ਼ਿਆਦਾ ਹੋ ਜਾਏ ਸਾਨੂੰ ਨੁਕਸਾਨ ਕਰਦਾ ਹੈ। ਸਿਮਿਲਰਲੀ ਚਾਹੇ ਕੈਲਸ਼ੀਅਮ ਵੀ ਤੁਹਾਡੀ ਬਾਡੀ 'ਚ ਜ਼ਿਆਦਾ ਹੋ ਜਾਏਗਾ, ਉਹ ਨੁਕਸਾਨ ਕਰੇਗਾ, ਤੁਹਾਨੂੰ ਫਾਇਦਾ ਨਹੀਂ ਦੇਗਾ। ਸੋ ਲਾਲਚ ਨਾ ਕਰੀਏ, ਪਰ ਮੇਨ ਹੈ ਕਿ ਕੋਈ ਵੀ ਤੁਹਾਨੂੰ ਤਕਲੀਫ ਹੈ, ਚਾਹੇ ਆਰਥਰਾਈਟਿਸ ਹੈ, ਚਾਹੇ ਜੁਆਇੰਟ ਪੇਨਸ ਨੇ, ਚਾਹੇ ਤੁਹਾਨੂੰ ਡਾਕਟਰ ਕਹਿੰਦੇ ਆਸਟੀਓਪੋਰੋਸਿਸ ਹੁੰਦਾ ਪਿਆ ਜਾਂ ਆਸਟੀਓਆਰਥਰਾਈਟਿਸ ਬਣ ਜਾਂਦਾ, ਜਿਹਨੂੰ ਮੈਂ ਹਾਰਡਨੈਸ ਦੀ ਗੱਲ ਕੀਤੀ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਕੀ ਪ੍ਰੋਬਲਮ ਹੈ, ਅਸਲੀ ਰੂਟ ਕਾਜ਼ ਹੈ, ਉਹਨੂੰ ਜਾਣੀਏ। ਤੇ ਜਿੱਦਾਂ ਮੈਂ ਕਿ ਇਸ ਕਰਕੇ ਮੈਂ ਇਹ ਟੈਸਟਿੰਗ ਤੇ ਉੱਪਰ ਜ਼ੋਰ ਦਿੰਦੀ ਹਾਂ ਕਿ ਤੁਸੀਂ ਟੈਸਟ ਜ਼ਰੂਰ ਕਰਾਓ, ਆਪਣੀ ਹੇਅਰ ਟੈਸਟਿੰਗ ਕਰਾ ਕੇ ਆਪਣਾ ਖਾਣਾ ਪੀਣਾ ਦੇਖੋ, ਔਰ ਜਿਹੜੀ ਅੰਦਰ ਜਿਹੜੀ ਤੁਹਾਡੇ ਸਲਾਈਵਾ ਟੈਸਟਿੰਗ ਹੈ ਉਹਦੇ ਨਾਲ ਪਤਾ ਲੱਗੇਗਾ ਕਿ ਮੇਰੀ ਕਿਹੜੀ ਚੀਜ਼ ਦੀ ਘਾਟ ਹੈ। ਔਰ ਮੈਂ ਬੈਨੀਪਾਲ ਜੀ ਇੱਕ ਬਹੁਤ ਵਧੀਆ ਚੀਜ਼ ਮੈਂ ਦੇਖੀ ਹੈ ਇਹਨਾਂ ਟੈਸਟਾਂ ਵਿੱਚ ਕਿ ਜਿਹੜਾ ਤੁਹਾਡਾ ਫੂਡ ਇੰਟੋਲਰੈਂਸ ਟੈਸਟ ਹੁੰਦਾ, ਉਹਦੇ ਵਿੱਚ ਮੈਂ ਇੱਕ ਹੋਰ ਐਡ ਕੀਤਾ ਹੈ ਕਿ ਪੂਰੀ ਲਿਸਟ ਆ ਜਾਂਦੀ ਹੈ ਕਿਹੜੇ ਵਿਟਾਮਿਨ ਮਿਨਰਲ ਤੁਹਾਡੀ ਬਾਡੀ 'ਚ ਘਾਟ ਹੈ। ਅੱਛਾ, ਚਾਹੇ ਕੈਲਸ਼ੀਅਮ ਦੀ ਘਾਟ ਹੈ, ਆਇਰਨ ਦੀ ਹੈ, ਅਗਰ ਤੁਹਾਡੀ ਬਾਡੀ 'ਚ ਵਿਟਾਮਿਨ ਡੀ ਘਾਟ ਹੈ, ਈ ਦੀ ਘਾਟ ਹੈ, ਜਾਂ ਤੁਹਾਡੀ ਬਾਡੀ ਦੇ ਹਾਰਟ ਦੇ ਮਸਲ ਜਿਹਦੇ ਮੈਂ ਕਹਿੰਦੀ ਓਮੇਗਾ 3 ਨੇ, ਓਮੇਗਾ 6 ਹੈ, ਜਾਂ ਫਿਰ ਹੋਰ ਵੀ ਜਿਹੜੀ ਚੀਜ਼ਾਂ ਸਾਡੀ ਬਾਡੀ ਦੀ ਪੂਰੀ ਬਾਡੀ ਦੀ ਰਿਕੁਆਇਰਮੈਂਟ ਹੁੰਦੀ ਹੈ ਬ੍ਰੇਨ ਦੇ ਵਾਸਤੇ ਜਾਂ ਅੱਖਾਂ ਦੇ ਵਾਸਤੇ, ਲਿਊਟਿਨ ਚਾਹੀਦੀ ਹੈ, ਅਗਰ ਉਹ ਘੱਟ ਨੇ ਸਾਰੀਆਂ ਤੇ ਉੱਥੇ ਪੂਰੀ ਲਿਸਟ ਆ ਜਾਏਗੀ ਕਿ ਇਹ ਮੇਰੀ ਬਾਡੀ 'ਚ ਇੰਨੇ % ਘੱਟ ਹੈ। ਔਰ ਉਹਦੇ ਨਾਲ ਫਾਇਦਾ ਇਹ ਹੈ ਕਿ ਤੁਹਾਡਾ ਨਾਲ ਹੀ ਲਿਸਟ ਵੀ ਆ ਜਾਂਦੀ ਕਿਹੜੇ ਖਾਣੇ ਤੁਹਾਨੂੰ ਖਾਣੇ ਚਾਹੀਦੇ ਨੇ। ਅੱਛਾ, ਤੁਹਾਨੂੰ ਪਤਾ ਲੱਗ ਜਾਂਦਾ ਤੁਸੀਂ ਆਪਣਾ ਇਸ ਚੀਜ਼ ਦਾ, ਇਸ ਮਸਲੇ ਦਾ ਹੱਲ ਜਾਂ ਇਲਾਜ ਕਰਨਾ ਕਿਵੇਂ ਕਰਨਾ, ਪੂਰਾ ਉਹਦੇ ਰਿਪੋਰਟ 'ਚ ਆਏਗਾ ਕਿ ਇਹ ਤੁਹਾਡੀ ਇੰਨੀ ਘੱਟ ਹੈ। ਅਗਰ ਵਿਟਾਮਿਨ ਫੋਰ ਐਗਜ਼ਾਮਪਲ ਵਿਟਾਮਿਨ ਮੈਂ ਕਹਿੰਦੀ ਹਾਂ ਵਿਟਾਮਿਨ ਈ ਤੁਹਾਡੀ ਬਾਡੀ 'ਚ ਘੱਟ ਹੈ ਜਾਂ ਕੈਲਸ਼ੀਅਮ ਘੱਟ ਹੈ, ਤੇ ਇਹਦਾ ਕੀ ਕੰਮ ਹੈ ਤੇ ਇਹਦੇ ਵਿੱਚ ਇਹ ਕਿਹੜੀ ਚੀਜ਼ਾਂ ਵਿੱਚੋਂ ਤੁਹਾਨੂੰ ਇਹ ਘਾਟ ਪੂਰੀ ਹੋ ਸਕਦੀ ਹੈ। ਸੋ ਰੈਦਰ ਦੈਨ ਅਸੀਂ ਸਿੱਧੇ ਗੋਲੀਆਂ ਜਾਂ ਦਵਾਈਆਂ ਖਾਈਏ, ਅਸੀਂ ਫੂਡ ਖਾਈਏ ਕਿ ਤੁਹਾਨੂੰ ਅਗਰ ਲੀਫੀ ਵੈਜੀਟੇਬਲਸ ਖਾਣੇ ਨੇ, ਫਰੂਟਸ ਖਾਣੇ ਨੇ, ਜਾਂ ਕਿਹੜੇ ਜਿਹੜੀ ਚੀਜ਼ਾਂ ਤੁਹਾਡੀ ਬਾਡੀ 'ਚ ਗ੍ਰੇਨਸ ਨੇ ਜਾਂ ਕੁਝ ਵੀ ਅਗਰ ਘਾਟ ਹੈ ਉਸ ਚੀਜ਼ ਦੇ ਰਿਲੇਟਿਡ, ਤੇ ਉਹ ਚੀਜ਼ ਖਾਓ। ਕਿਉਂਕਿ ਗੱਲ ਹੈ ਕਿ ਸਾਡੇ ਅੰਦਰ ਜਾਏਗਾ ਤੇ ਉਹਦਾ ਸਾਨੂੰ ਫਾਇਦਾ ਹੋਏਗਾ ਕਿ ਸਾਡੀ ਬਾਡੀ ਨੂੰ ਐਬਜ਼ੌਰਬ ਕਰਕੇ ਪ੍ਰੋਪਰ ਵੇ ਨਾਲ ਪ੍ਰੋਸੈਸ ਕਰਕੇ ਔਰ ਪ੍ਰੋਪਰ ਜਗ੍ਹਾ ਤੇ ਪਹੁੰਚਾਏਗੀ। ਲੇਕਿਨ ਅਸੀਂ ਜੇ ਅਗਰ ਵਿਟਾਮਿਨ ਵਗੈਰਾ ਇਦਾਂ ਹੀ ਬਾਜ਼ਾਰੋਂ ਲੈ ਕੇ ਖਾਂਦੇ ਆ, ਉਹ ਕਿਤੇ ਨਾ ਕਿਤੇ ਜਾ ਕੇ ਨਾ ਤਾਂ ਡਾਈਜੈਸਟ ਪ੍ਰੋਪਰ ਹੁੰਦੇ, ਨਾ ਐਬਜ਼ੌਰਬ ਪ੍ਰੋਪਰ ਹੁੰਦੇ ਨੇ, ਉਹ ਸਾਡੇ ਬਾਡੀ ਦੇ ਸਿਸਟਮ ਨੂੰ ਬਲੌਕ ਕਰਦੇ ਨੇ ਔਰ ਫਾਇਦੇ ਦੀ ਬਜਾਏ ਉਲਟਾ ਨੁਕਸਾਨ ਕਰਦੇ ਨੇ। ਅੱਛਾ ਡਾਕਟਰ ਸਾਹਿਬ, ਹੁਣ ਮੈਨੂੰ ਇਹ ਦੱਸਿਓ, ਜਿਹੜੀ ਤੁਸੀਂ ਗੱਲ ਬਹੁਤ ਪਤੇ ਦੀ ਕੀਤੀ ਹੈ ਕਿ ਐਵੇਂ ਹੀ ਨਾ ਥੱਬੇ ਭਰ ਕੇ ਦਵਾਈਆਂ ਅੰਦਰ ਸੁੱਟੀ ਜਾਓ, ਵਿਟਾਮਿਨ ਖਾਈ ਜਾਓ। ਆਮ ਤੌਰ ਤੇ ਆਪਾਂ ਦੇਖਿਆ ਕਿ ਖਾਸ ਕਰਕੇ ਅਸੀਂ ਠੰਡੇ ਮੁਲਕ ਚ ਆ ਕੇ ਤੇ ਗਰਮ ਮੁਲਕ ਚ ਜੰਮੇ ਸੀ। ਹਾਂਜੀ, ਇੱਥੇ ਆਰਥਰਾਈਟਸ ਦੀ ਸਮੱਸਿਆ ਬਹੁਤ ਹੈ ਲੋਕਾਂ ਨੂੰ, ਬੈਕ ਪ੍ਰੋਬਲਮ ਬਹੁਤ ਹੈ, ਗੋਡੇ ਬਹੁਤ ਦੁਖਦੇ ਆ, ਖਾਸ ਕਰਕੇ ਗਿੱਟੇ ਬਹੁਤ ਦੁਖਦੇ ਆ। ਇਹਦਾ ਕੀ ਕਾਰਨ ਹੈ ਜੀ? ਇੱਥੇ ਜਿਹੜਾ ਕਿ ਇੱਕ ਟੈਂਪਰੇਚਰ ਤੇ ਇੱਕ ਹੈ ਹੀ ਹੈ, ਕੋਲਡ ਟੈਂਪਰੇਚਰ ਹੁੰਦਾ ਹੈ ਜਿਸ ਲਈ ਬਾਡੀ ਜਿਹੜੀ ਸਾਡੀ ਆ ਅੰਦਰ ਜਿਹੜੀ ਆ ਸਾਡੇ 37 ਡਿਗਰੀ ਕਹਿੰਦੇ ਅਸੀਂ ਅੰਦਰ ਦਾ ਟੈਂਪਰੇਚਰ ਜਿਹੜਾ ਹੈ, ਬਲੱਡ ਦਾ ਟੈਂਪਰੇਚਰ, ਖੂਨ ਦਾ ਟੈਂਪਰੇਚਰ ਇੰਨਾ ਚਾਹੀਦਾ ਹੀ ਚਾਹੀਦਾ ਹੈ ਨਾ। ਤੇ ਜਿਸ ਲਈ ਅਸੀਂ ਗਰਮ ਕੰਟਰੀ 'ਚ ਹੁੰਦੇ ਹਾਂ ਤਾਂ ਸਾਡੀ ਇੱਕ ਤਾਂ ਉੱਥੇ ਤਾਂ ਗਰਮੀ ਜ਼ਿਆਦਾ ਹੁੰਦੀ ਹੈ ਤਾਂ ਵੀ ਹੈ, ਲੇਕਿਨ ਸਾਨੂੰ ਉਹ ਯੂਜ਼ ਟੂ ਅਸੀਂ ਕਿ ਹੌਟ ਟੈਂਪਰੇਚਰ ਨੂੰ ਕਿੱਦਾਂ ਅਸੀਂ ਕਰਨਾ ਹੈ। ਲੇਕਿਨ ਜਿਸ ਲਈ ਤੁਹਾਡੀ ਬਾਡੀ ਵਿੱਚ ਟੈਂਪਰੇਚਰ ਜਿਹੜਾ ਸਰਦੀਆਂ ਵਿੱਚ ਉੱਥੇ ਕੰਟਰੋਲਡ ਹੈ, ਉੱਥੇ ਇੰਨਾ ਨਹੀਂ ਹੁੰਦਾ ਹੈ ਨਾ। ਤੇ ਇਸ ਬਾਡੀ ਜਿਹੜੀ ਹੈ ਅੰਦਰੋਂ ਸਾਡਾ ਟੈਂਪਰੇਚਰ ਕੰਟਰੋਲਿੰਗ ਸਿਸਟਮ ਜਿਹੜਾ ਹੁੰਦਾ ਹੈ ਨਾ ਅੰਦਰ, ਤੇ ਉਹ ਵਰਕ ਨਾਰਮਲ ਵੇ 'ਚ ਫੰਕਸ਼ਨ ਕਰਨ ਦੀ ਆਦਤ ਪਈ ਹੈ। ਇੱਥੇ ਅਗਰ ਤੁਸੀਂ ਇੱਕਦਮ 4 ਡਿਗਰੀ ਹੈ ਜਾਂ 0 ਡਿਗਰੀ ਹੈ, ਕਈ -20 ਡਿਗਰੀ ਵਿੱਚ ਤੁਸੀਂ -50 ਤੱਕ ਤੁਰੇ ਫਿਰਦੇ ਆ -50 ਹੈ, ਤੇ ਉਹ ਇੰਨਾ ਜ਼ਿਆਦਾ ਬਾਹਰ ਦਾ ਟੈਂਪਰੇਚਰ ਹੈ ਤੇ ਤੁਹਾਡੀ ਬਾਡੀ ਜਿਹੜੀ ਹੈ ਉਹ 37 ਡਿਗਰੀ ਤੇ ਚਾਹੀਦਾ ਉਹਨੂੰ, ਹੈ ਨਾ। ਤੇ ਉਹ ਜਿਹੜੀ ਸੈਂਟੀਗ੍ਰੇਡ ਦੀ ਗੱਲ ਕਰਦੇ ਤੇ ਉਹ ਜਿਹੜੀ ਚੀਜ਼ਾਂ ਨੇ ਬਾਡੀ ਵਿੱਚ overloaded ਹੈ to meet those external environmental temperature to cope up with the inside body, ਕਿ ਤੁਹਾਨੂੰ ਖੂਨ ਨੂੰ ਤਾਂ ਉਨਾ ਹੀ ਚਾਹੀਦਾ ਹੈ। ਬਾਹਰ ਤੁਸੀਂ ਚਾਹੇ ਜਿੰਨਾ ਵੀ ਤੁਹਾਡਾ ਹੋਏ ਪਰ ਅੰਦਰ ਤੁਹਾਨੂੰ ਉਨਾ ਟੈਂਪਰੇਚਰ ਚਾਹੀਦਾ ਹੈ। ਇਹ ਇਸ ਤਰ੍ਹਾਂ ਹੀ ਮੈਂ ਐਗਜ਼ਾਮਪਲ ਦੇਣੀ ਆ ਕਿ ਅਗਰ ਤੁਸੀਂ ਆਪਣੇ ਕਮਰੇ ਦੇ ਅੰਦਰ ਥਰਮੋਸਟੇਟ ਲਗਾਇਆ ਹੈ ਕਿ ਮੇਰੇ ਕਮਰੇ ਦਾ ਟੈਂਪਰੇਚਰ ਜਿਹੜਾ ਹੈ ਇਹ 25 ਡਿਗਰੀ ਮੈਨੂੰ ਲੋੜ ਹੈ ਨਾ, ਤੇ ਤੁਸੀਂ ਅਗਰ ਖਿੜਕੀਆਂ ਦਰਵਾਜ਼ੇ ਸਾਰੇ ਖੁੱਲੇ ਰੱਖ ਦਿਓ ਬਾਹਰ ਦਾ, ਹੈ ਨਾ, ਉਹਨੇ ਇੰਨਾ ਹਾਰਡ ਵਰਕ ਕਰਨਾ ਕਿ ਉਹਨੂੰ ਉਸ ਟੈਂਪਰੇਚਰ ਤੱਕ ਉਹਨੇ ਲਿਆਣਾ ਹੈ, ਮੇਨਟੇਨ ਹੀ ਕਰਨਾ ਹੈ। ਇਸ ਤਰ੍ਹਾਂ ਹੀ ਸਾਡੀ ਬਾਡੀ ਵਿੱਚ ਨੈਚੁਰਲੀ ਜਿੰਨਾ ਰਿਕੁਆਇਰਡ ਹੈ he has to try here and there, ਕੁਦਰਤੀ ਸਾਡੀ ਬਾਡੀ ਨੂੰ ਉਨਾ ਟੈਂਪਰੇਚਰ ਰਿਕੁਆਇਰ ਹੈ, ਕਿਉਂਕਿ -20 ਡਿਗਰੀ ਹੈ ਜਾਂ -10 ਹੈ ਜਾਂ 50 ਹੈ,
ਉਨੇ ਟੈਂਪਰੇਚਰ ਸਾਡੇ ਖੂਨ ਤੇ ਜੰਮ ਜਾਏਗਾ, ਸਾਡੀ ਸਰਕੂਲੇਸ਼ਨ ਰੁਕ ਜਾਏਗੀ, ਹੈ ਨਾ। ਇਸ ਕਰਕੇ ਸਾਡੀ ਬਾਡੀ ਨੂੰ ਓਵਰਵਰਕ ਕਰਨਾ ਪੈਂਦਾ ਹੈ, ਹੱਡੀਆਂ ਨੂੰ, ਜੋੜਾਂ ਨੂੰ, ਸਾਰਿਆਂ ਨੂੰ ਓਵਰਵਰਕ ਕਰਨਾ ਪੈਂਦਾ ਹੈ। ਇਸ ਕਰਕੇ ਇੱਥੇ ਜ਼ਿਆਦਾ ਦਰਦ ਹੁੰਦੀ ਹੈ। ਪਰ ਔਨ ਟਾਪ ਆਫ ਦੈਟ ਕਿ ਜਿਹੜੀ ਸਾਡੀ ਡੇਲੀ ਰਿਕੁਆਇਰਮੈਂਟ ਹੁੰਦੀ ਹੈ ਉਹ ਨਹੀਂ ਅਸੀਂ ਕਰਦੇ, ਕਿ ਹੁਣ ਕਹਿੰਦੇ ਆ ਕਿ ਉਹ ਬਾਹਰ ਮੌਸਮ ਠੀਕ ਹੈ, ਚਲੋ ਸੈਰ ਨਹੀਂ ਕਰਨੀ ਹੈ, ਟਾਈਮ ਨਹੀਂ ਮਿਲਦਾ, ਅਸੀਂ ਬੈਠੇ ਰਹਿੰਦੇ ਅੰਦਰ ਗਰਮ ਬਿਲਕੁਲ ਕੋਜ਼ੀ ਇਨਵਾਇਰਨਮੈਂਟ 'ਚ ਬਹਿ ਜਾਂਦੇ ਆ। ਬਟ ਸਾਡੀ ਬਾਡੀ ਨੂੰ ਜਿਹੜੀ ਹੈ ਕਿ ਆਕਸੀਜਨ ਵੀ ਚਾਹੀਦੀ ਹੈ। ਇੱਥੇ ਸਨ ਵਿਟਾਮਿਨ ਡੀ ਨਹੀਂ ਹੁੰਦੀ ਇੰਨੀ ਇੱਥੇ, ਕਿਉਂਕਿ ਧੁੱਪ ਘੱਟ ਨਿਕਲਦੀ ਹੈ, ਤੇ ਵਿਟਾਮਿਨ ਡੀ ਜਿਹੜੀ ਹੈ ਸਾਡੀ ਬੋਨਸ ਵਾਸਤੇ, ਹੱਡੀਆਂ ਵਾਸਤੇ ਚਾਹੀਦੀ ਹੁੰਦੀ ਹੈ, ਉਹ ਵੀ ਘੱਟ ਮਿਲਦੀ ਹੈ। ਸੋ ਇਸ ਕਰਕੇ ਇਹ ਵੀ ਇੱਕ ਫੈਕਟਰ ਨੇ। ਤੇ ਲੇਕਿਨ ਜਿਹੜੀ ਮੈਂ ਇਨਫਲੇਮੇਸ਼ਨ ਦੀ ਗੱਲ ਕਰਨੀ ਆ, ਬਾਰ-ਬਾਰ ਮੈਂ ਕਰਨੀ ਆ, ਇਨਫਲੇਮੇਸ਼ਨ ਜਿਹੜੀ ਹੈ ਉਹ ਇਹਦੇ ਮਲਟੀਪਲ ਫੈਕਟਰ ਨੇ। ਕਿ ਇਨਫਲੇਮੇਸ਼ਨ ਸਾਡੀ ਖਾਣੇ ਤੋਂ ਵੀ ਆ ਸਕਦੀ ਹੈ, ਸਾਡੇ ਜਿਹੜੀਆਂ ਐਕਟੀਵਿਟੀਜ਼ ਜਿਹੜੀਆਂ ਘੱਟ ਹੁੰਦੀਆਂ ਨੇ ਉਹਨਾਂ ਤੋਂ ਵੀ ਹੋ ਸਕਦੀ ਹੈ। ਔਰ ਫਿਰ ਜਿਹੜੇ ਅਸੀਂ ਨਾਨ ਵੈਜ ਫੂਡ ਜ਼ਿਆਦਾ ਖਾਂਦੇ ਆ, ਉਹਨਾਂ ਵਿੱਚ ਵੀ ਸਾਡੀ ਬਾਡੀ 'ਚ ਇੱਕ ਤੇ ਐਸਿਡ ਜ਼ਿਆਦਾ ਬਣ ਜਾਂਦਾ, ਤੇ ਦੂਜਾ ਇਹ ਵਾਲੇ ਆ ਜਾਂਦੇ ਜਿੰਨੇ ਵੀ ਫ੍ਰੀ ਰੈਡੀਕਲ ਜ਼ਿਆਦਾ ਜਨਰੇਟ ਹੋ ਜਾਂਦੇ ਸਾਡੀ ਬਾਡੀ 'ਚ, ਤੇ ਉਹ ਸਾਰੀ ਚਿੰਗਾਰੀਆਂ ਜਿਹੜੀਆਂ ਬਣਾਉਂਦੇ ਨੇ, ਦਰਦਾਂ ਕਰਦੇ ਨੇ, ਇਹ ਵੀ ਹੈ। ਤੇ ਅਲਕੋਹਲ ਵਗੈਰਾ ਜਿਹੜੀ, ਤੇ ਉਹਦੀ ਗੱਲ ਕਰਨੇ ਆ ਕਿ ਅਲਕੋਹਲ ਵਗੈਰਾ ਜਿਹੜਾ ਇਹ ਵੀ ਸਾਡੀ ਬਾਡੀ 'ਚ, ਕਾਫੀ ਜ਼ਿਆਦਾ ਪੀਂਦੇ ਅਗਰ ਜਿਹੜੀ ਬਾਹਰ ਦੇ ਪੈਸਟੀਸਾਈਡ ਬਹੁਤ ਜ਼ਿਆਦਾ ਹੁੰਦੇ ਨੇ, ਅਗਰ ਆਰਗੈਨਿਕ ਤੁਸੀਂ ਪੀਂਦੇ ਹੋ ਤੇ ਉਹ ਫਿਰ ਸਮਾਲ ਕੁਆਂਟੀਟੀ ਠੀਕ ਹੈ। ਲੇਕਿਨ ਅਸੀਂ ਜਿਹੜੀ ਲੋੜ ਕੋਲੋਂ ਜਿਹੜੀ ਜ਼ਿਆਦਾ ਚੀਜ਼ਾਂ ਲੈਣੇ ਆ ਨਾ, ਉਹਦਾ ਨੁਕਸਾਨ ਕਰਨੀ, ਉਹਦਾ ਨੁਕਸਾਨ। ਸੋ ਡਾਕਟਰ ਸਾਹਿਬ ਮੈਂ ਵੇਖ ਰਿਹਾ ਲਗਭਗ ਸਮਾਂ ਕਹਿੰਦਾ ਕਿ ਟਾਈਮ ਟੂ ਗੋ, ਹੁਣ ਤੁਹਾਨੂੰ ਜਾਣਾ ਪੈਣਾ, ਸਮਾਂ ਲਗਭਗ ਸਮਾਪਤ ਹੈ। ਜਾਣ ਤੋਂ ਪਹਿਲਾਂ ਜਿੰਨੇ ਦਰਸ਼ਕ ਵੇਖ ਰਹੇ ਨੇ ਉਹਨਾਂ ਨੇ ਕੋਈ ਪੁਖਤਾ ਜਾਣਕਾਰੀ ਲੈਣੀ ਹੋਵੇ, ਕੋਈ ਟੈਸਟ ਕਰਵਾਉਣਾ ਹੋਵੇ, ਤੁਹਾਡੇ ਤੱਕ ਵਧੀਆ ਤਰੀਕੇ ਨਾਲ ਰਾਬਤਾ ਕਿਵੇਂ ਕਰਨ ਜੀ? ਬਿਲਕੁਲ ਜੀ, ਮੈਂ ਸਭ ਤੋਂ ਪਹਿਲੇ ਬੈਨ ਤੁਹਾਡਾ ਥੈਂਕ ਯੂ ਕਰਨੀ। ਤੁਹਾਡੇ ਨਾਲ ਟਾਈਮ ਬੀਤਦਾ ਇੰਨਾ ਕਿ ਪਤਾ ਨਹੀਂ ਲੱਗਦਾ ਕਿ ਕਿੱਦਾਂ ਟਾਈਮ ਨਿਕਲ ਗਿਆ। ਸੋ ਥੈਂਕ ਯੂ ਵੈਰੀ ਮਚ ਫॉर ਟੇਕਿੰਗ ਮੀ ਹੇਅਰ। ਐਂਡ ਦੂਸਰਾ ਹੈ ਕਿ ਅਸੀਂ ਇਹ ਸਾਲ ਜਿਹੜਾ ਮੈਂ ਦੱਸਿਆ ਕਿ ਅਸੀਂ ਆਪਣੇ ਜਿੰਨੇ ਵੀ ਸਾਡੇ ਦਰਸ਼ਕ ਨੇ ਉਹਨਾਂ ਵਾਸਤੇ ਹੈ ਕਿ ਆਪਣੀ ਸਿਹਤ ਨੂੰ ਪਹਿਲੇ ਰੱਖਣਾ ਹੈ। ਫੋਨ ਨੰਬਰ ਨੋਟ ਕਰ ਲਓ 6045935030। ਇਟਸ ਅ ਇੰਪੋਰਟੈਂਟ ਨੰਬਰ, ਆਪਣੀ ਡਾਇਰੀ 'ਤੇ ਨੋਟ ਕਰ ਲਓ। 604 593 5030 ਨੰਬਰ ਤੇ ਡਾਇਲ ਕਰਕੇ ਜੇ ਟੈਸਟਿੰਗ ਕਰਵਾਉਣੀ ਹੈ ਤੇ ਤੁਸੀਂ ਟੈਸਟ ਕਿਟ ਆਰਡਰ ਕਰ ਸਕਦੇ ਹੋ। ਅਗਰ ਤੁਸੀਂ ਆਪਣੀ ਬਿਮਾਰੀਆਂ ਦੀ ਜਾਣਕਾਰੀ ਦੇਣੀ ਹੈ ਕਿ ਮੈਨੂੰ ਬਿਮਾਰੀਆਂ ਇਹ ਤਕਲੀਫਾਂ ਨੇ ਜਾਂ ਸਮਝ ਨਹੀਂ ਆਉਂਦਾ ਪਿਆ ਡਾਕਟਰ ਨੂੰ, ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਪਤਾ ਲੱਗੇ ਕਿ ਮੈਨੂੰ ਹੈ ਕੀ ਇਹ ਬੰਦਾ ਪਿਆ, ਉਹਦੇ ਵਾਸਤੇ ਵੀ ਤੁਸੀਂ ਫੋਨ ਕਰ ਸਕਦੇ ਹੋ। ਔਰ ਤੀਸਰਾ ਤੁਸੀਂ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ www.advancedgenomics.ca ਤੇ ਜਾ ਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ। ਸੋ ਡਾਕਟਰ ਸਾਹਿਬਾ ਤੁਸੀਂ ਕੀਮਤੀ ਸਮਾਂ ਸਾਨੂੰ ਤੇ ਸਾਡੇ ਦਰਸ਼ਕਾਂ ਨੂੰ ਦਿੱਤਾ, ਤੁਹਾਡਾ ਧੰਨਵਾਦ। ਫਿਰ ਕਿਸ ਦਿਨ ਸਬੱਬ ਬਣਿਆ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਇਹ ਸਨ ਐਡਵਾਂਸਡ ਜੀਨੋਮਿਕਸ ਤੋਂ ਡਾਕਟਰ ਨਿਸ਼ਾ ਡੋਗਰਾ, ਜਿਨ੍ਹਾਂ ਨੇ ਦੱਸਿਆ ਕਿ ਜੋੜਾਂ ਦੇ ਵਿੱਚ ਦਰਦ ਕਿਉਂ ਹੁੰਦਾ, ਪਟਾਕੇ ਕਿਉਂ ਪੈਂਦੇ ਨੇ, ਇਹਨਾਂ ਦਾ ਹੱਲ ਕੀ ਹੈ, ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ, ਕਿਹਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਤਾਂ ਕਿ ਅਸੀਂ ਸਿਹਤਮੰਦ ਰਹੀਏ, ਤੰਦਰੁਸਤ ਰਹੀਏ। ਕਿਸੇ ਸਮਾਜ ਦਾ ਤੰਦਰੁਸਤ ਹੋਣਾ ਬਹੁਤ ਵੱਡੀ ਗੱਲ ਹੈ ਤੇ ਉਹਦੇ ਨਾਲ ਹੀ ਪੂਰੇ ਮੁਲਕ ਦੀਆਂ ਤੇ ਦੁਨੀਆ ਭਰ ਦੀਆਂ ਤਰੱਕੀਆਂ ਹੋ ਸਕਦੀਆਂ ਨੇ। ਸੋ ਉਮੀਦ ਕਰ ਰਿਹਾ ਕਿ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਸੋ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ।